आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ, ਪੋਟੀ ਸ਼ੀਰਾਮੁਲੂ, ਸਤੀਸ਼ ਚੰਦਰ ਸਮੰਤ ਅਤੇ ਰਘੁਨਾਥ ਕੇਸ਼ਵ ਖਾਡਿਲਕਰ ਬਾਰੇ ਜਾਣਕਾਰੀ ਦੇ ਰਹੇ ਹਾਂ। भारत गणराज्य जनेता अखंड भारत निर्माता। ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ। ਉਹਨਾਂ ਦਾ ਦੇਹਾਂਤ 15 ਦਸੰਬਰ 1950 ਨੂੰ ਹੋਇਆ ਸੀ। तेरी हो बात जन जन का साथ तू लोह पुरुष कहलाता। ਸੰਯੁਕਤ ਭਾਰਤ ਸਰਦਾਰ ਪਟੇਲ ਦਾ ਮੁੱਖ ਉਦੇਸ਼ ਸੀ, ਇਸ ਲਈ ਉਹਨਾਂ ਨੇ ਰਾਸ਼ਟਰੀ ਭਾਸ਼ਾ ਦੇ ਵਿਚਾਰ ਨੂੰ ਵੀ ਉਤਸ਼ਾਹ ਦਿੱਤਾ। 1949 ਵਿੱਚ ਮਦਰਾਸ ਦੇ ਆਈਲੈਂਡ ਗਰਾਊਂਡ ਵਿੱਚ ਇਤਿਹਾਸਕ ਭਾਸ਼ਣ ਵਿੱਚ ਸਰਦਾਰ ਪਟੇਲ ਨੇ ਰਾਸ਼ਟਰ ਭਾਸ਼ਾ ਅਤੇ ਭਾਰਤ ਦੇ ਵਿਚਾਰ ਲਈ ਪ੍ਰਤੀਬੱਧਤਾ ਸਪਸ਼ਟ ਕੀਤੀ ਸੀ। You want me that I should talk to you in English. I shall obey your command. But take it from me that it will not be long before you yourself will have to speak in our own national language. ఆంధ్ర మాత ఒడిలో నా అమర జీవి అసూల్ బాసావా కండ దూతై। ਅਸੀਂ ਗਾਂਧੀਵਾਦੀ ਸੁਤੰਤਰਤਾ ਪੋਟੀ ਸ਼ੀਰਾਮੁਲੂ ਨੂੰ ਵੀ ਸ਼ਰਧਾਂਜਲੀ ਭੇਟ ਕਰ ਰਹੇ ਹਾਂ। 1930 ਵਿੱਚ ਨਮਕ ਸੱਤਿਆਗ੍ਰਹਿ ਵਿੱਚ ਹਿੱਸਾ ਲੈਣ ਤੇ ਸ਼ੀਰਾਮੁਲੂ ਨੂੰ ਜੇਲ੍ਹ ਜਾਣਾ ਪਿਆ। ਬਾਅਦ ਵਿੱਚ ਉਹਨਾਂ ਨੇ ਵਿਅਕਤੀ ਸੱਤਿਆਗ੍ਰਹਿ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਵੀ ਹਿੱਸਾ ਲਿਆ। ਉਹਨਾਂ ਨੂੰ 3 ਵਾਰ ਜੇਲ੍ਹ ਭੇਜਿਆ ਗਿਆ। ਸ਼ੀਰਾਮੁਲੂ ਮਹਾਤਮਾ ਗਾਂਧੀ ਦੇ ਪੱਕੇ ਪੈਰੋਕਾਰ ਸਨ। ਉਹ ਆਂਧਰਾ ਪ੍ਰਦੇਸ਼ ਦੇ ਕੁਮਾਰਾਬੋਲੂ ਵਿੱਚ ਗਾਂਧੀ ਆਸ਼ਰਮ ਵਿੱਚ ਸ਼ਾਮਲ ਹੋ ਗਏ। ਸ਼ੀਰਾਮੁਲੂ ਨੇ ਨੇਲੌਰ ਦੇ ਮੰਦਰਾਂ ਵਿੱਚ ਦਾਖਲ ਹੋਣ ਲਈ ਤਥਾ ਕਥਿਤ ਛੋਟੀ ਜਾਤੀਆਂ ਦੇ ਲੋਕਾਂ ਦੇ ਅਧਿਕਾਰਾਂ ਲਈ 1946 ਤੋਂ 1948 ਦੌਰਾਨ 3 ਵਾਰ ਵਰਤ ਰੱਖਿਆ। ਸ਼ੀਰਾਮੁਲੂ ਦੇ ਸਮਰਪਣ ਅਤੇ ਵਰਤ ਸਮਰੱਥਾ ਦੇ ਬਾਰੇ ਵਿੱਚ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਜੇਕਰ ਸ਼ੀਰਾਮੁਲੂ ਵਰਗੇ ਉਹਨਾਂ ਦੇ 11 ਹੋਰ ਪੈਰੋਕਾਰ ਹੋਣ ਤਾਂ ਉਹ 1 ਸਾਲ ਵਿੱਚ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰ ਲੈਣਗੇ। 1952 ਵਿੱਚ ਸ਼ੀਰਾਮੁਲੂ ਨੇ ਮਦਰਾਸ ਦੇ ਤੇਲਗੂ ਭਾਸ਼ੀ ਖੇਤਰ ਨੂੰ ਅਲੱਗ ਸੂਬਾ ਬਣਾਉਣ ਲਈ ਆਵਾਜ਼ ਉਠਾਈ। ਵੱਖਰੇ ਆਂਧਰਾ ਸੂਬੇ ਦੀ ਮੰਗ ਕਰਦੇ ਹੋਏ ਉਹਨਾਂ ਨੇ ਅੰਨ ਤਿਆਗ ਕੇ ਭੁੱਖ ਹੜਤਾਲ ਤੇ ਬੈਠ ਗਏ ਅਤੇ 58 ਦਿਨਾਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ। ਆਂਧਰਾ ਪ੍ਰਦੇਸ਼ ਦੇ ਨੇਲੌਰ ਜ਼ਿਲ੍ਹੇ ਦਾ ਨਾਂ ਉਹਨਾਂ ਦੀ ਯਾਦ ਵਿੱਚ ਰੱਖਿਆ ਗਿਆ ਹੈ। ਮਹਾਨ ਦੇਸ਼ ਭਗਤ ਪੋਟੀ ਸ਼ੀਰਾਮੁਲੂ ਨੂੰ ਸ਼ਤ-ਸ਼ਤ ਨਮਨ। ਅੱਜ ਅਸੀਂ ਰਾਸ਼ਟਰਵਾਦੀ ਸਤੀਸ਼ ਚੰਦਰ ਸਾਮੰਤ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 15 ਦਸੰਬਰ 1900 ਨੂੰ ਹੋਇਆ ਸੀ। ਉਹਨਾਂ ਨੂੰ ਭਾਰਤ ਛੱਡੋ ਅੰਦੋਲਨ ਦੌਰਾਨ ਪੱਛਮ ਬੰਗਾਲ ਦੇ ਤਾਮਲੁਕ ਵਿੱਚ ਸਮਾਨਾਂਤਰ ਤਾਮਰਲਿਪਿਤ ਜਾਤੀ ਸਰਕਾਰ ਦੇ ਗਠਨ ਦਾ ਸਿਹਰਾ ਵੀ ਜਾਂਦਾ ਹੈ। ਸਤੀਸ਼ ਚੰਦਰ ਨੇ ਬੰਗਾਲ ਇੰਜੀਨੀਅਰਿੰਗ ਕਾਲਜ ਵਿੱਚ ਦੂਜੇ ਸਾਲ ਤੋਂ ਹੀ ਪੜ੍ਹਾਈ ਛੱਡ ਦਿੱਤੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਨਕ ਇਕਾਈ ਵਿੱਚ ਸ਼ਾਮਲ ਹੋ ਗਏ ਤੇ ਬਾਅਦ ਵਿੱਚ ਤਾਮਲੁਕ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ। ਤਾਮਰਲਿਪਿਤ ਜਾਤੀ ਸਰਕਾਰ ਦੀ ਸਥਾਪਨਾ 17 ਦਸੰਬਰ 1942 ਨੂੰ ਹੋਈ ਸੀ ਅਤੇ ਸਤੀਸ਼ ਚੰਦਰ ਜੂਨ 1943 ਵਿੱਚ ਗ੍ਰਿਫਤਾਰ ਹੋਣ ਤੱਕ ਉਸ ਸਰਕਾਰ ਦਾ ਕੰਮਕਾਜ ਸੰਭਾਲਦੇ ਸਨ। ਸਮਾਨਾਂਤਰ ਸਰਕਾਰ ਸਤੰਬਰ 1944 ਤੱਕ ਚੱਲੀ ਤੇ ਉਹਨਾਂ ਨੇ ਸਕੂਲਾਂ ਨੂੰ ਗ੍ਰਾਂਟ ਦਿੱਤੀ ਅਤੇ ਸ਼ਸਤਰਧਾਰੀ ਵਿਦਯੁਤ ਵਾਹਿਨੀ ਦਾ ਗਠਨ ਕੀਤਾ। ਆਜ਼ਾਦੀ ਉਪਰੰਤ ਸਤੀਸ਼ ਚੰਦਰ ਸਾਮੰਤ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਮੈਂਬਰ ਰਹੇ। ਉਹਨਾਂ ਨੇ ਪੂਰਾ ਜੀਵਨ ਜਨ ਸੇਵਾ ਲਈ ਸਮਰਪਿਤ ਕਰ ਦਿੱਤਾ। ਇਸ ਮਹਾਨ ਭਾਰਤੀ ਨੂੰ ਸ਼ਤ-ਸ਼ਤ ਨਮਨ। स्वतन्त्रते भगवति स्वामहं यशोयुतां वन्दे। ਅੱਜ ਅਸੀਂ ਆਜ਼ਾਦੀ ਘੁਲਾਟੀਏ ਤੇ ਸਮਾਜ ਕਾਰਜਕਰਤਾ ਰਘੁਨਾਥ ਕੇਸ਼ਵ ਖਾਡਿਲਕਰ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 15 ਦਸੰਬਰ 1905 ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਵਿੱਚ ਹੋਇਆ ਸੀ।
ਖਡਲਕਰ 1934 ਵਿੱਚ ਸਥਾਪਿਤ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚ ਸ਼ਾਮਲ ਹੋਏ। ਉਹਨਾਂ ਨੇ ਭਾਰਤ ਦੀ ਆਜ਼ਾਦੀ ਅੰਦੋਲਨ ਦੌਰਾਨ 1930 ਅਤੇ 40 ਵਿੱਚ ਕਈ ਵਾਰ ਜੇਲ੍ਹ ਦੀ ਸਜ਼ਾ ਕੱਟੀ। ਆਜ਼ਾਦੀ ਉਪਰੰਤ ਖਡਲਕਰ ਨੇ 1948 ਵਿੱਚ ਆਲ ਇੰਡੀਆ ਪੀਜ਼ੈਂਟਸ ਐਂਡ ਵਰਕਰਸ ਪਾਰਟੀ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ। 1955 ਵਿੱਚ ਉਹਨਾਂ ਨੇ ਆਲ ਇੰਡੀਆ ਮਜ਼ਦੂਰ ਕਿਸਾਨ ਪਾਰਟੀ ਦੇ ਗਠਨ ਵਿੱਚ ਮੋਹਰੀ ਭੂਮਿਕਾ ਨਿਭਾਈ। ਕੇਂਦਰੀ ਸ਼੍ਰਮ ਮੰਤਰੀ ਦੇ ਕਾਰਜਕਾਲ ਦੌਰਾਨ ਖਡਲਕਰ ਨੂੰ ਕਾਰੀਗਰਾਂ ਨੂੰ ਦਿੱਤੇ ਜਾਣ ਵਾਲੇ ਘੱਟੋ-ਘੱਟ ਬੋਨਸ 4% ਤੋਂ ਵਧਾ ਕੇ 8.33% ਯਾਨੀ ਸਾਲਾਨਾ ਵੇਤਨ ਦਾ 12ਵਾਂ ਭਾਗ ਤੈਅ ਕਰਨ ਲਈ ਖਡਲਕਰ ਫਾਰਮੂਲਾ ਦੇਣ ਦਾ ਮਾਣ ਵੀ ਹਾਸਲ ਹੈ।